ਗੁਰਚਰਨ ਸਿੰਘ ਨੇ ਹੇਠਾਂ ਲਿਖਿਆ ਹੈ ਕਿ ਦਾਸ ਦੀ ਦੁਬਿਧਾ ਦੂਰ ਕਰੋ। ਦਾਸ ਆਪ ਜੀ ਦਾ ਬੱਚਾ ਹੈ। ਦੁਬਿਧਾ ਮੈਂ ਦੂਰ ਕਿਵੇਂ ਕਰ ਸਕਦਾ ਹਾਂ ਤੁਹਾਡੀ? ਅਗਰ ਤੁਸੀਂ ਦੁਬਿਧਾ ਦੇ ਵਿੱਚ ਰਹਿਣਾ ਹੀ ਚਾਹੋ ਤੇ ਮੈਂ ਤੁਹਾਡੀ ਦੁਬਿਧਾ ਦੂਰ ਥੋੜ੍ਹੀ ਕਰ ਸਕਦਾ। ਨਾ ਹੀ ਦੁਬਿਧਾ ਉੱਤਰਾਂ ਦੁਆਰਾ ਦੂਰ ਹੋਵੇਗੀ। ਵੀ ਅਗਰ ਤੁਸੀਂ ਸਾਰੇ ਹੀ ਉੱਤਰ ਸੁਣ ਲਵੋ, ਸਮਝ ਲਵੋ, ਯਾਦ ਕਰ ਲਵੋ ਤੇ ਦੁਬਿਧਾ ਦੂਰ ਥੋੜ੍ਹੀ ਹੋ ਜਾਵੇ। ਤੇ ਉੱਤਰ ਤੇ ਸਾਰੇ ਲਿਖੇ ਹੀ ਹੋਏ ਹਨ ਗ੍ਰੰਥਾਂ 'ਚ, ਜ਼ਿਆਦਾਤਰ ਧਾਰਮਿਕ ਲੋਕਾਂ ਨੂੰ ਯਾਦ ਹਨ। ਐਸੇ ਬਹੁਤ ਵਿਦਵਾਨ ਹਨ ਉੱਚ ਚੋਟੀ ਦੇ, ਜਿਨ੍ਹਾਂ ਨੂੰ ਹਰ ਉੱਤਰ ਹੀ ਪਤਾ ਹੈ। ਜਿੱਥੋਂ ਵੀ ਪੁੱਛ ਲਓ ਤੁਸੀਂ, ਤਾਂ ਐਸਾ ਨਹੀਂ ਉਹ ਗਲਤ ਦੇ ਰਹੇ ਹਨ, ਬਿਲਕੁਲ ਠੀਕ ਦੇਣਗੇ ਸ਼ਾਸਤਰਾਂ ਦੇ ਅਨੁਕੂਲ ਹਿਸਾਬ ਨਾਲ। ਪਰ ਦੁਬਿਧਾ ਦੂਰ ਉਹਨਾਂ ਦੀ ਵੀ ਨਹੀਂ ਹੋ ਰਹੀ। ਤੇ ਦੁਬਿਧਾ ਦੂਰ ਉੱਤਰ ਸੁਣ ਕੇ ਥੋੜ੍ਹੀ ਹੁੰਦੀ ਹੈ। ਇਸੇ ਕਾਰਨ ਹੀ ਤਾਂ ਕਿਹਾ ਹੈ ਨਾ ਸਤਿਪੁਰਖਾਂ ਨੇ, ਦੁਬਿਧਾ ਦੂਰ ਕਰੋ ਲਿਵ ਲਾਏ। ਵੀ ਦੁਬਿਧਾ ਦੂਰ ਜਿਹੜੀ ਹੈ ਨਾ, ਉਹ ਲਿਵ ਲਾ ਕੇ ਹੋਣੀ ਹੈ ਅੰਦਰ। ਸੋਚ ਕੇ ਨਹੀਂ ਹੋਣੀ ਹੈ। ਸੋਚ ਕੇ ਲਿਵ ਨਹੀਂ ਲੱਗਦੀ ਹੈ, ਖਿਆਲ ਵਿੱਚ ਰੱਖਿਓ। ਵਿਚਾਰ ਕਰ ਕਰਕੇ ਲਿਵ ਨਹੀਂ ਲੱਗੇਗੀ। ਧਾਰਮਿਕ ਲੋਕ ਇਉਂ ਹੀ ਸੋਚਦੇ ਆ, ਕਈ ਉਪਦੇਸ਼ ਹੀ ਵਿਚਾਰਦੇ ਰਹਿੰਦੇ। ਨਹੀਂ, ਉਹਦੇ ਨਾਲ ਦੁਬਿਧਾ ਦੂਰ ਨਹੀਂ ਹੋਵੇਗੀ। ਹੋਰ ਜ਼ਿਆਦਾ ਦੁਬਿਧਾ ਵੱਧਦੀ ਹੈ, ਮਨ ਤਰਕਸ਼ੀਲ ਹੋ ਜਾਂਦਾ ਹੈ। ਕਈ ਧਾਰਮਿਕ ਲੋਕ ਨਾਸਤਿਕ ਵੀ ਹੋ ਜਾਂਦੇ। ਜੇ ਗਹਿਰਾਈ ਤੱਕ ਜਾਣ ਤਾਂ ਤਰਕ ਦੀ। ਤੇ ਬਹੁਤੇ ਧਾਰਮਿਕ ਲੋਕ ਤਾਂ ਉਹਨਾਂ ਕੀ ਤਰਕ ਕਰਦੇ ਹਨ ਜਿੰਨੀ ਕੁ ਉਹਨਾਂ ਦੀ ਬੁੱਧੀ ਦੀ ਸਮਰੱਥਾ ਹੁੰਦੀ ਹੈ। ਤਾਂ ਉਨੀ ਕੁ ਗੱਲ ਉਹ ਮੰਨ ਲੈਂਦੇ ਹਨ, ਉੱਤੇ ਚੱਲਦੇ ਰਹਿੰਦੇ ਹਨ ਸਾਰੀ ਜ਼ਿੰਦਗੀ, ਉਹਦਾ ਹੀ ਪ੍ਰਚਾਰ ਕਰਦੇ ਰਹਿੰਦੇ ਆ। ਤੋ ਵਿਚਾਰਾਂ ਦੇ ਤਲ 'ਤੇ ਸਮਝਿਆ ਹੋਇਆ ਸਾਰੇ ਉੱਤਰ ਉਹਨਾਂ ਨੂੰ ਯਾਦ ਹਨ, ਦੂਸਰਿਆਂ ਨੂੰ ਦੇ ਰਹੇ ਹਨ ਉੱਤਰ। ਤਾਂ ਉਹਨਾਂ ਉੱਤਰਾਂ ਦੁਆਰਾ ਦੁਬਿਧਾ ਦੂਰ ਥੋੜ੍ਹੀ ਹੋਣੀ, ਵਿਚਾਰ ਦੁਆਰਾ ਥੋੜ੍ਹੀ ਹੁੰਦੀ ਹੈ ਦੁਬਿਧਾ ਦੂਰ, ਲਿਵ ਲਾ ਕੇ ਹੁੰਦੀ। ਦੁਬਿਧਾ ਦਾ ਕੀ ਅਰਥ ਹੁੰਦਾ ਹੈ, ਪਹਿਲਾਂ ਇਹ ਸਮਝੋ। ਦੁਬਿਧਾ ਦਾ ਅਰਥ ਹੁੰਦਾ ਹੈ ਵੀ ਮਨ ਦੇ ਵਿੱਚ ਦੋ ਭਾਵ ਹਨ, ਇੱਕ ਠੀਕ, ਇੱਕ ਗਲਤ। ਇਸ ਕਰਕੇ ਮਨ ਚੱਲਦਾ ਹੈ। ਸੰਕਲਪ ਵਿਕਲਪ ਕਹਿ ਲਓ, ਉਹਦੇ ਕਰਕੇ ਮਨ ਚੱਲਦਾ ਹੈ। ਅਗਰ ਤੁਸੀਂ ਸੋਚ ਰਹੇ ਰਹੋਗੇ ਵੀ ਕੀ ਠੀਕ ਹੈ ਕੀ ਗਲਤ ਹੈ, ਇਹਦੇ ਦੁਆਰਾ ਤਾਂ ਮਨ ਚੱਲਦਾ ਹੀ ਰਹੇਗਾ। ਵੀ ਕਿਹਦੇ ਵਿੱਚ ਲਾਭ ਹੈ ਜ਼ਿਆਦਾ, ਪਾਠ ਦੇ ਵਿੱਚ ਹੈ ਲਾਭ ਜ਼ਿਆਦਾ, ਜਾਂ ਕਿਸੇ ਮੰਤਰ ਵਿੱਚ ਲਾਭ ਜ਼ਿਆਦਾ ਹੈ ਜਪਣ ਵਿੱਚ, ਜਾਂ ਧਿਆਨ ਵਿੱਚ ਲਾਭ ਜ਼ਿਆਦਾ ਹੈ। ਹੁਣ ਲਹਿਦਾ ਢੰਗ ਨਾਲ ਲੋਕ ਦੱਸਦੇ ਹਨ ਲਾਭ ਦੀ ਗੱਲ ਵੀ। ਤੁਸੀਂ ਲਾਭ ਕਰਕੇ ਕਰਦੇ ਹੋ, ਜੇ ਉਹ ਲਾਭ ਪੂਰਾ ਨਾ ਹੋਵੇ ਜੋ ਤੁਸੀਂ ਸੋਚਿਆ ਹੈ, ਤਾਂ ਬਹੁਤੇ ਲੋਕ ਫਿਰ ਬਦਲਦੇ ਵੀ ਰਹਿੰਦੇ ਹਨ। ਕਈ ਗੁਰੂ ਵੀ ਬਦਲਦੇ ਰਹਿੰਦੇ ਹਨ।
ਲੋਭੀ ਆਦਮੀ। ਤਦੇ ਕਿਹਾ ਨਾ, ਲੋਭੀ ਕਾ ਵੈਸਾਹ ਨਾ ਕੀਜੇ ਜੀ ਕਾ ਪਾਰ ਵਸਾਏ। ਉਹ ਗੁਰੂਆਂ ਨੂੰ ਧੋਖਾ ਦਿੰਦੇ ਰਹਿੰਦੇ ਹਨ ਵੀ ਲੋਭ ਤਾਂ ਪੂਰਾ ਹੋਇਆ ਨਹੀਂ, ਉਹਨਾਂ ਦਾ ਲਾਭ ਜੋ ਚਾਹਿਆ ਸੀ ਮਿਲਿਆ ਨਹੀਂ, ਅਤੇ ਹੋਰ ਕਿਤੇ ਚਲੇ ਜਾਂਦੇ, ਚੱਲਦੇ ਰਹਿੰਦੇ ਇਸ ਤਰ੍ਹਾਂ ਕਈ। ਤਾਂ ਉਹਨਾਂ ਨੂੰ ਸਮੱਸਿਆ ਦਾ ਨਹੀਂ ਪਤਾ ਲੱਗ ਰਿਹਾ ਹੈ ਵੀ ਤੁਸੀਂ ਲਾਭ ਦੀ ਵਾਸ਼ਨਾ ਕਰਕੇ ਉਲਝੇ ਹੋਏ ਹੋ, ਅਤੇ ਧਾਰਮਿਕ ਲੋਕ ਵੀ ਨਹੀਂ ਦੱਸਦੇ ਹਨ ਇਸ। ਇਸੇ ਕਾਰਨ ਹੀ ਲੋਕ ਜਾਗਰਤ ਪੁਰਸ਼ ਕੋ ਨਹੀਂ ਆਉਂਦੇ ਹਨ, ਕਿਉਂਕਿ ਉਹ ਲੋਭ ਲਾਲਚ ਵਿੱਚ ਨਹੀਂ ਪਾਉਂਦਾ ਹੈ ਲੋਕਾਂ ਨੂੰ, ਝੂਠੇ ਆਸਵਾਸਨ ਨਹੀਂ ਦਿੰਦਾ ਹੈ ਵੀ ਤੁਹਾਨੂੰ ਜੇ ਮਿਲੇਗਾ ਉਹ ਮਿਲੇਗਾ। ਉਹ ਤਾਂ ਸਗੋਂ ਉਲਟੀ ਗੱਲ ਕਹਿੰਦਾ ਹੈ, ਉਹ ਕਹਿੰਦਾ ਮਿਲੂਗਾ ਕੁਛ ਨਹੀਂ, ਤੁਹਾਨੂੰ ਮਿਟਣਾ ਪਵੇਗਾ। ਮਿਲਣ ਦੀ ਤਾਂ ਤੁਸੀਂ ਗੱਲ ਹੀ ਛੱਡੋ, ਲਾਭ ਕੀ ਹੋਵੇਗਾ, ਤੁਹਾਨੂੰ ਮਰਨਾ ਪਵੇਗਾ। ਇਸੇ ਕਾਰਨ ਹੀ ਤਾਂ ਕਿਹਾ ਹੈ ਨਾ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ, ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਹੁਣ ਕਈ ਸੱਜਣ ਆ ਜਾਂਦੇ ਹਨ, ਜਿਵੇਂ ਪਿੱਛੇ ਜਿਹੇ ਇੱਕ ਨੌਜਵਾਨ ਆਇਆ ਅਤੇ ਉਹ ਆਪਣੇ ਨਾਲ ਚੋਗੇ ਸਵਾ ਕੇ ਲਿਆਇਆ, ਜਿਵੇਂ ਸਾਧੂ ਮਹਾਤਮਾ ਪਾਉਂਦੇ ਹਨ। ਮੈਨੂੰ ਨਹੀਂ ਸੀ ਖਿਆਲ, ਮੈਨੂੰ ਤਾਂ ਉਹਦੇ ਜਾਣ ਤੋਂ ਬਾਅਦ ਇੱਥੇ ਸੇਵਾਦਾਰ ਨੇ ਦੱਸਿਆ ਵੀ ਉਹ ਸੋਚ ਕੇ ਆਇਆ ਸੀ ਤੁਹਾਡੇ ਕੋਲ ਵੀ ਤੁਸੀਂ ਮੈਨੂੰ ਸਾਧੂ ਬਣਾ ਦਿਓਗੇ, ਮਹਾਤਮਾ ਜਿਵੇਂ ਹੁੰਦੇ ਆ ਸੰਤ, ਵੀ ਮੈਂ ਉੱਥੇ ਜਾ ਕੇ ਸ਼ਾਂਤ ਵੇਲੇ ਦੀ ਬ੍ਰਾਂਚ ਖੋਲ੍ਹ ਲੂੰਗਾ। ਦੇਖੋ, ਇਹ ਤਾਂ ਕੁਛ ਲਾਭ ਦੀ ਦ੍ਰਿਸ਼ਟੀ ਲੈ ਕੇ ਆਇਆ ਸੀ ਨਾ, ਵੀ ਸੰਤ ਬਣਾ ਦੇਣਗੇ, ਜਿਵੇਂ ਬਣਾਉਂਦੇ ਹੀ ਹਨ ਬਹੁਤ ਧਰਮਾਂ ਦੇ ਵਿੱਚ। ਉਹਨੂੰ ਧਾਰਮਿਕ ਪਹਿਰਾਵਾ ਪਾ ਦਿੰਦੇ, ਕੋਈ ਚੋਗਾ ਪਾ ਦਿੰਦਾ, ਕੋਈ ਮਾਲਾ ਪਾ ਦਿੰਦਾ, ਕੋਈ ਮੁਨੀ ਬਣਾ ਦਿੰਦਾ, ਕੋਈ ਭਿਕਸ਼ੂ ਬਣਾ ਦਿੰਦਾ, ਕੋਈ ਸਿੱਖ ਬਣਾ ਰਹੇ ਹਨ ਆਪਣੇ ਢੰਗ ਦੇ ਨਾਲ ਧਾਰਮਿਕ। ਤਾਂ ਉਹਨਾਂ ਨੂੰ ਵੀ ਲੱਗਦਾ ਹੈ ਕੁਛ ਉਪਲਬਧੀ ਹੋਊਗੀ। ਇੱਦਾਂ ਹੀ ਉਹਨੇ ਸੋਚਿਆ ਹੋਵੇਗਾ ਵੀ ਇੱਥੋਂ ਸਰਟੀਫਿਕੇਟ ਮਿਲ ਜਾਵੇਗਾ ਕੋਈ ਸੰਤ ਦਾ, ਜਿਵੇਂ ਬ੍ਰਹਮ ਗਿਆਨੀ ਦਾ ਦੇ ਰਹੇ ਹਨ ਲੋਕ ਸਰਟੀਫਿਕੇਟ, ਵੀ ਹੋ ਗਏ, ਬਣ ਗਏ, ਜਿਵੇਂ ਸੰਸਾਰ ਦੇ ਵਿੱਚ ਉਪਲਬਧੀ ਹੋ ਜਾਂਦੀ। ਇੱਧਰ ਵੀ ਲੋਕ ਚਾਹੁੰਦੇ ਆ। ਅਤੇ ਜਦੋਂ ਉਹਨੇ ਇੱਥੇ ਰਹਿੰਦਿਆਂ ਹੋਇਆਂ ਮੈਨੂੰ ਧੀਰੇ ਧੀਰੇ ਸੁਣਿਆ ਵੀ ਇਹ ਤਾਂ ਕਹਿੰਦੇ ਹਨ ਕੁਛ ਵੀ ਨਹੀਂ ਬਣਨਾ ਹੈ, ਤੈਨੂੰ ਮਿਟਣਾ ਪੈਣਾ ਹੈ, ਬਿਲਕੁਲ ਤੇਰਾ ਕੁਛ ਵੀ ਨਹੀਂ ਬਣਨਾ ਹੈ। ਇਹ ਕਹਿੰਦੇ ਹਨ ਮਿਟਾ ਦੇ ਆਪਣੀ ਹਸਤੀ ਕੋ। ਹੁਣ ਹਸਤੀ ਮਿਟਾ ਦਿੱਤੀ ਅਤੇ ਫਿਰ ਫਾਇਦਾ ਕੀ, ਜਦੋਂ ਮਿਟ ਹੀ ਗਏ। ਹੁਣ ਤੁਸੀਂ ਸੋਚੋ ਵੀ ਜਦੋਂ ਆਦਮੀ ਮਿਟ ਹੀ ਗਿਆ ਅਤੇ ਫਿਰ ਤੁਸੀਂ ਵੀ ਖਿਆਲ ਕਰੋਗੇ, ਥੋੜ੍ਹਾ ਜਿਹਾ ਖਿਆਲ ਦੇਵੋ ਵੀ ਅਗਰ ਤੁਸੀਂ ਮਿਟ ਹੀ ਗਏ ਤਾਂ ਫਾਇਦਾ ਕੀ। ਤੁਸੀਂ ਕਿਹਾ ਵੀ ਅਸੀਂ ਰਹੇ ਹੀ ਨਹੀਂ, ਤੁਸੀਂ ਮਿਟਾ ਹੀ ਦਿੱਤਾ, ਫਿਰ ਫਾਇਦਾ ਕੀ, ਮਿਟਣ ਵਾਸਤੇ ਹੀ ਆਉਣਾ ਤੁਹਾਡੇ ਕੋਲ। ਪਰ ਮਿਟ ਕੇ ਜੋ ਮਿਲਦਾ ਹੈ ਨਾ, ਉਹਦਾ ਤੁਹਾਨੂੰ ਪਤਾ ਹੀ ਨਹੀਂ। ਉਹ ਲਾਭ ਲੋਭ ਤੋਂ ਪਾਰ ਹੈ। ਉੱਥੇ ਸਾਰੇ ਹੀ ਲਾਭ ਲੋਭ ਡੁੱਬ ਜਾਂਦੇ ਆ। ਪ੍ਰਭ ਦੇਖਦਿਆਂ ਹੀ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਕਹਿੰਦੇ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਮੰਗਣਾ ਹੈ, ਕਿਉਂਕਿ ਮੰਗਣ ਵਾਲਾ ਹੀ ਨਹੀਂ ਰਹਿ ਜਾਂਦਾ ਹੈ। ਚਿੱਤ ਕਿੱਥੇ ਆਉਣਾ ਹੈ, ਚਿੱਤ ਤੇ ਤਾਂ ਆਊਗਾ ਜੇ ਰਹਿ ਜੂਗਾ, ਚਿੱਤ ਹੀ ਨਹੀਂ ਰਹਿ ਗਿਆ। ਹੁਣ ਸਤਿਪੁਰਖਾਂ ਨੇ ਤੇ ਇਵੇਂ ਹੀ ਕਿਹਾ ਹੈ ਨਾ ਵੀ ਸਰਬ ਇੱਛਾ ਪੂਰਕ, ਇੱਛਾ ਪੂਰਕ ਸਰਬ ਸੁਖ ਦਾਤਾ। ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ। ਤੁਹਾਨੂੰ ਪਤਾ ਨਹੀਂ ਨਾ, ਉੱਥੇ ਇੱਛਾ ਕਰਨ ਵਾਲਾ ਹੀ ਨਹੀਂ ਰਹਿ ਜਾਂਦਾ।
ਪਰ ਪਹਿਲੇ ਪਹਿਲ ਲਾਉਣ ਵਾਸਤੇ ਇਹ ਕਿਹਾ ਜਾਂਦਾ ਹੈ ਵੀ ਜੋ ਵੀ ਤੁਹਾਡੀਆਂ ਇੱਛਾਵਾਂ ਹਨ ਉਹ ਸਾਰੀਆਂ ਹੀ ਪਰਮਾਤਮਾ ਪੂਰੀਆਂ ਕਰ ਦੇਵੇਗਾ। ਤੁਹਾਨੂੰ ਮੋਕਸ਼ ਮਿਲੇਗਾ, ਆਨੰਦ ਮਿਲੇਗਾ, ਆਵਾਗਾਉਣ ਤੋਂ ਛੁਟਕਾਰਾ ਹੋ ਜਾਵੇਗਾ, ਤੁਸੀਂ ਮੁਕਤ ਹੋ ਜਾਓਗੇ। ਫਿਰ ਜਦੋਂ ਤੁਸੀਂ ਮੁਕਤ ਹੋ ਜਾਓਗੇ ਨਾ, ਉਦੋਂ ਐਵੇਂ ਥੋੜ੍ਹੀ ਹੈ ਵੀ ਬਾਹਰੋਂ ਕੋਈ ਡਿਗਰੀ ਮਿਲ ਜਾਵੇਗੀ ਤੁਹਾਨੂੰ। ਬਾਹਰੋਂ ਤਾਂ ਜੈਸੇ ਹੋ, ਜੈਸਾ ਕੰਮ ਕਰਦੇ ਹੋ, ਜਿਸ ਤਰ੍ਹਾਂ ਦੇ ਰਹਿੰਦੇ ਹੋ, ਜਿਵੇਂ ਰਹਿੰਦੇ ਹੋ ਵੈਸੇ ਹੀ ਰਹੀ ਜਾਓਗੇ। ਸਿਰਫ ਅੰਦਰੋਂ ਜਾਗ ਜਾਓਗੇ। ਫਰਕ ਅੰਦਰੋਂ ਪਵੇਗਾ, ਬਾਹਰੋਂ ਥੋੜ੍ਹੀ। ਪਰ ਜਿਹੜਾ ਸੋਚਦਾ ਹੈ ਵੀ ਬਾਹਰੋਂ ਫਰਕ ਪਵੇ, ਜਿਵੇਂ ਕਈ ਸੋਚ ਲੈਂਦੇ ਹਨ ਵੀ ਭਗਤਾਂ ਦੀ 4 ਕੁੰਟਾਂ ਦੇ ਵਿੱਚ ਉਸਤਤ ਹੁੰਦੀ ਹੈ, ਜੈ ਜੈਕਾਰ ਹੁੰਦੀ ਹੈ, ਤੋ ਜੈ ਜੈਕਾਰ ਵਾਸਤੇ ਲੱਗ ਪਿਆ ਇੱਧਰ, ਤੋ ਲੋਭ ਕਰਕੇ, ਲਾਲਚ ਕਰਕੇ ਲੱਗਾ ਹੋਇਆ, ਤੋ ਪਖੰਡੀ ਹੋ ਜਾਵੇਗਾ। ਕਿਉਂਕਿ ਬਾਹਰੋਂ ਜੈ ਜੈਕਾਰ ਕਰਾਉਣੀ ਹੈ ਤੇ ਪਖੰਡ ਕਰਨਾ ਪਵੇਗਾ। ਤੇ ਕਈ ਕਰਦੇ ਹਨ, ਕਈ ਸਾਧੂ ਬਣ ਜਾਂਦੇ, ਮਹਾਤਮਾ ਬਣ ਜਾਂਦੇ, ਫੱਕੜ ਬਣ ਜਾਂਦੇ, ਮਸਤ ਬਣ ਜਾਂਦੇ, ਬਾਹਰੋਂ ਦਿਖਾਉਂਦੇ ਵੀ ਦੇਖੋ ਹੈ ਕੋਈ ਇੰਨਾ ਮਸਤ। ਬਾਹਰੋਂ ਮੈਨੂੰ ਸਤਿਕਾਰ ਮਿਲੇ, ਅਗਰ ਇਹ ਵੀ ਆਕਾਂਸ਼ਾ ਹੈ, ਲਾਭ ਹੈ, ਬਹੁਤ ਸਤਿਕਾਰ ਮਿਲੇਗਾ। ਅਤੇ ਅਗਰ ਤੁਸੀਂ ਲੱਗ ਪਏ ਸਤਿਕਾਰ ਨਾ ਮਿਲਿਆ ਤਾਂ ਤੁਸੀਂ ਕੋਸ਼ਿਸ਼ ਕਰੋਗੇ ਵੀ ਸਤਿਕਾਰ ਕਿਉਂ ਨਹੀਂ ਮਿਲ ਰਿਹਾ। ਕਈ ਇਉਂ ਸੋਚਦੇ ਹਨ, ਬੜਾ ਜਪ ਤਪ ਕਰਦੇ, ਧਿਆਨ ਕਰਦੇ, ਪਾਠ ਪੁੰਨ ਕਰਦੇ, ਕਹਿੰਦੇ ਲੋਕ ਵੇਖ ਲਓ ਮੈਨੂੰ ਜਾਣਦੇ ਹੀ ਨਹੀਂ, ਮੈਂ ਐਡਾ ਵੱਡਾ ਗਿਆਨੀ, ਐਡਾ ਧਿਆਨੀ, ਐਡਾ ਗੁਣੀ ਗਿਆਨੀ। ਲੋਕਾਂ ਨੂੰ ਪਤਾ ਨਹੀਂ, ਕਦਰ ਹੀ ਨਹੀਂ ਕਰਦੇ ਲੋਕ। ਦੇਖੋ ਐਡੇ ਵੱਡੇ ਮਹਾਂਪੁਰਸ਼ ਤੁਹਾਡੇ ਕੋਲ ਬੈਠੇ ਤੋ ਲੋਕਾਂ ਨੂੰ ਗਾਲਾਂ ਦਿੰਦੇ ਰਹਿੰਦੇ ਹਨ, ਬੇਕਦਰ ਨਹੀਂ ਕਰਦੇ। ਨਹੀਂ, ਉਹਦੇ ਅੰਦਰ ਵਾਸ਼ਨਾ ਹੈ, ਲਾਲਚ ਹੈ, ਆਪਣੀ ਪ੍ਰਸ਼ੰਸਾ ਕਰਾਉਣ ਦੀ ਆਕਾਂਸ਼ਾ ਹੈ, ਚਾਹਤ ਹੈ। ਤਾਂ ਦੇ ਕਿਹਾ ਹੈ ਨਾ, ਮਾਇਆ ਤਜੀ ਤੋ ਕਿਆ ਪਿਆ, ਮਾਨ ਤਜਿਆ ਨਹੀਂ ਜਾਏ, ਮਾਨ ਮਨੇ ਮੁਨਵਰ ਗਲੇ, ਮਾਨ ਸਭੀ ਕੋ ਖਾਏ। ਕਈ ਮਾਇਆ ਛੱਡ ਦਿੰਦੇ, ਸੰਸਾਰ ਛੱਡ ਦਿੰਦੇ, ਘਰ ਦੁਆਰ ਛੱਡ ਦਿੰਦੇ ਪ੍ਰਸ਼ੰਸਾ ਪਾਉਣ ਵਾਸਤੇ। ਤਿਆਗੀ ਹੋ ਕੇ ਕਈ ਪ੍ਰਸ਼ੰਸਾ ਪਾ ਲੈਂਦੇ, ਅਤੇ ਪ੍ਰਸ਼ੰਸਾ ਵਾਸਤੇ ਵੀ ਅਗਰ ਇੱਧਰ ਚੱਲ ਪਏ ਤਾਂ ਵੀ ਭਟਕ ਗਏ। ਇਵੇਂ ਹੀ ਹਜ਼ਾਰਾਂ ਤਿਆਗੀ ਸਾਧੂ ਮਹਾਤਮਾ ਭਟਕ ਰਹੇ ਹਨ। ਅਤੇ ਧਾਰਮਿਕ ਲੋਕ ਜਿਹੜੇ ਹਨ, ਜਿਵੇਂ ਤੁਸੀਂ ਪੁੱਛਿਆ ਹੈ, ਪਾਠ ਕਰ ਰਹੇ ਹਨ, ਕਰਾ ਰਹੇ ਹਨ। ਹੁਣ ਜਿਹੜੇ ਕਰ ਰਹੇ ਹਨ ਉਹ ਵੀ ਲਾਭ ਕਰਕੇ, ਜਿਹੜੇ ਕਰਾ ਰਹੇ ਹਨ ਉਹਨਾਂ ਅੰਦਰ ਹੋਰ ਲੋਭ ਲਾਲਚ ਜ਼ਿਆਦਾ ਹੈ। ਉਹ ਤਾਂ ਸੰਸਾਰੀ ਆਦਮੀ ਬਿਲਕੁਲ ਸੰਸਾਰ ਵਾਸਤੇ ਕਰਾ ਰਹੇ ਹਨ। ਫਿਰ ਦੂਸਰੀ ਗੱਲ ਹੈ, ਜਿਹੜੇ ਕਰ ਰਹੇ ਹਨ ਪਾਠ ਪੈਸੇ ਲੈ ਕੇ, ਉਹ ਫਿਰ ਥੋੜ੍ਹੇ ਜਿਹੇ ਠੀਕ ਹਨ, ਕਿਉਂਕਿ ਅਗਰ ਉਹ ਰੋਜੀ ਰੋਟੀ ਵਾਸਤੇ ਆਪਣਾ ਧੰਦਾ ਕਰ ਰਹੇ ਹੈ, ਜਿਵੇਂ ਕੋਈ ਡਿਊਟੀ ਕਰਦਾ ਹੈ, ਕੰਮ ਕਰਦਾ, ਐਵੇਂ ਕਈ ਧਾਰਮਿਕ ਸਥਾਨਾਂ 'ਤੇ ਰੋਜੀ ਰੋਟੀ ਵਾਸਤੇ ਨੌਕਰੀ ਕਰਦੇ ਅਤੇ ਆਪਣਾ ਗੁਜ਼ਾਰਾ ਕਰ ਰਹੇ, ਉਹ ਫਿਰ ਵੀ ਠੀਕ ਆ। ਪਰ ਜਿਹੜਾ ਬਿਲਕੁਲ ਲੋਭ ਲਾਲਚ ਕਰਕੇ ਕਰ ਰਿਹਾ ਹੈ ਸੰਸਾਰ ਵਾਸਤੇ, ਬਾਹਰੋਂ ਦਿਖਾ ਰਿਹਾ ਹੈ ਵੀ ਮੈਂ ਦੇਖੋ ਵੱਡਾ ਕਰਮ ਕਰ ਰਿਹਾ, ਉਹ ਤਾਂ ਜ਼ਿਆਦਾ ਫਸ ਰਿਹਾ ਹੈ ਨਾ। ਜੋ ਜੋ ਕਰਮ ਕੀਏ ਲਾਲਚ ਲਗ ਤਹਿ ਤਹਿ ਅਬ ਪਮੰਦਾਇਓ। ਜਿਹੜਾ ਵੀ ਕਰਮ ਤੁਸੀਂ ਲਾਲਚ ਕਰਕੇ ਕਰੋਗੇ ਨਾ, ਲੋਭ ਦੇ ਖਿਆਲ ਕਰਕੇ, ਲਾਭ ਦੇ ਖਿਆਲ ਕਰਕੇ ਕਰੋਗੇ, ਉਹ ਕੋਈ ਵੀ ਕਰਮ ਹੋਵੇ, ਪਾਠ ਹੋਵੇ, ਪੂਜਾ ਹੋਵੇ, ਸਾਧਨਾ ਹੋਵੇ, ਜਪ ਤਪ ਹੋਵੇ, ਸੇਵਾ ਵੀ ਹੋਵੇ, ਉਹਦੇ ਨਾਲ ਹੀ ਬੰਧਨ ਹੋਵੇਗਾ। ਸੇਵਾ ਵੀ ਨਿਸ਼ਕਾਮ ਹੋਣੀ ਚਾਹੀਦੀ ਹੈ। ਕਿਹਾ ਹੈ ਨਾ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਦੁਆਰਾ ਵੀ ਪਰਮਾਤਮਾ ਮਿਲਦਾ ਹੈ।
ਅਗਰ ਲੱਭ ਲੋਭ ਨਾ ਹੋਵੇ, ਲਾਲਚ ਨਾ ਹੋਵੇ, ਕੋਈ ਚਾਹਤ ਨਾ ਹੋਵੇ, ਅਗਰ ਚਾਹਤ ਹੋਵੇ ਵੀ ਮੈਂ ਸੇਵਾ ਕਰ ਰਿਹਾ ਕੁਝ ਮਿਲੇਗਾ, ਭਾਵੇਂ ਕਈਆਂ ਨੂੰ ਖਿਆਲ ਨਹੀਂ ਹੈ ਬਾਹਰ ਵੀ ਅਸੀਂ ਤਾਂ ਕੋਈ ਲੋਭ ਲਾਲਚ ਕਰਕੇ ਨਹੀਂ ਕਰ ਰਹੇ ਹਾਂ ਸੇਵਾ, ਫਿਰ ਵੀ ਗਹਿਰੇ ਤਲ 'ਤੇ ਕੁਛ ਹੁੰਦਾ ਹੈ ਭਾਵ ਅਸੀਂ ਭਲਾ ਕਰ ਰਹੇ ਹਨ। ਇਸ ਕਰਕੇ ਕਈ ਲੱਗੇ ਰਹਿੰਦੇ ਵੀ ਭਲੇ ਦਾ ਅੰਤ ਭਲਾ ਹੀ ਹੋਵੇਗਾ ਨਾ, ਕਈ ਇਸ ਖਿਆਲ ਨੂੰ ਲੈ ਕੇ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਲੱਭ ਲੋਭ ਛੱਡੋ, ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਨੇ ਸਮਾਣੀ, ਇੰਨੀ ਬਾਤੀ ਸਹ ਪਾਈਏ ਨਾਹੀ ਪਈ ਕਾਮਣੀ ਆਣੀ। ਇਹਨਾਂ ਗੱਲਾਂ ਨਾਲ ਥੋੜ੍ਹੀ ਇੱਧਰ ਤੇ ਉਲਟੀ ਗੱਲ ਕੀਤੀ ਜਾ ਰਹੀ ਹੈ। ਇੱਧਰ ਕਿਹਾ ਜਾ ਰਿਹਾ ਮਿਟਣਾ ਹੈ, ਮਿਟਣਾ ਕਬੂਲ ਕਰੋ, ਜੀਵਨ ਦੀ ਇੱਛਾ ਛੱਡੋ। ਹੁਣ ਤੁਹਾਨੂੰ ਸੰਸਾਰੀ ਲੋਕ ਕਹਿ ਰਹੇ ਹਨ ਜੀਣ ਦਾ ਬੜਾ ਲਾਭ ਹੈ, ਜੀਣ ਦੇ ਲਾਭ ਹੀ ਗਿਣਾ ਰਹੇ ਹਨ ਸਾਰੇ ਹੀ ਧਾਰਮਿਕ ਲੋਕ, ਜੀਣ ਵਾਸਤੇ ਦੱਸ ਰਹੇ ਹਨ ਚੰਗੀ ਤਰ੍ਹਾਂ ਜੀਣਾ ਹੈ, ਵਧੀਆ ਢੰਗ ਨਾਲ, ਸ਼ਾਂਤੀ ਨਾਲ। ਤੈਨੂੰ ਪੁੱਛੇ ਜੀਣ 'ਚ ਕੀ ਲਾਭ ਹੈ? ਮੈਂ ਤੁਹਾਨੂੰ ਪੁੱਛਦਾ ਸੰਸਾਰ ਵਿੱਚ ਜੀਣ 'ਚ ਲਾਭ ਕੀ ਹੈ? ਕਰੋਗੇ ਕੀ ਜੀ ਕੇ ਤੁਸੀਂ? ਇੱਦਾਂ ਦਾ ਜੀਵਨ ਜੀ ਕੇ ਕਿੰਨੀ ਵਾਰ ਜੀਂਦੇ ਆਏ ਹੋ, ਫਿਰ ਜੀ ਜਾ ਰਹੇ ਹੋ ਉਸ ਤਰ੍ਹਾਂ, ਕੀ ਲਾਭ ਹੈ? ਕੋਲੂ ਦੀ ਬਲਦੀ ਦੀ ਤਰ੍ਹਾਂ ਗੇੜੇ ਖਾਈ ਜਾਂਦੇ ਹੋ, ਆਵਾਗਾਉਣ 'ਚ ਪਏ ਹੋਏ, ਲਾਭ ਕੀ ਹੈ? ਕਿਉਂ ਧੱਕੇ ਖਾ ਰਹੇ ਹੋ? ਛੱਡੋ ਇਹ ਲਾਭ ਲੋਭ ਨੂੰ, ਲਾਭ ਲੋਭ ਦੇ ਜੀਵਨ ਨੂੰ ਹੀ ਛੱਡੋ। ਜੀਵਨ ਕੀ ਛੱਡੇ ਆਸ, ਅਸੀਂ ਤੇ ਉਲਟੀ ਗੱਲ ਕਹੀ ਜਾ ਰਹੀ ਹੈ। ਇੱਧਰ ਤੇ ਲਾਭ ਤੇ ਜੀਣ ਵਾਸਤੇ ਹੁੰਦਾ ਹੈ ਨਾ, ਇੱਧਰ ਕਿਹਾ ਜਾਂਦਾ ਹੈ ਜੀਣ ਦੇ ਹੀ ਲਾਲਸਾ ਛੱਡੋ, ਆਸਾ ਛੱਡੋ, ਹੋ ਸਬਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ।